इस दे नाल सब तो अहम गल जिहड़ी असीं तुहानूं दस्सण जा रहे हां वो है कि रूट सैट इंस्टीट्यूट दे विच फ्री ऑफ कॉस्ट सारे कोर्सेज जिहड़े ने कराए जांदे ने, जिदा एक भी रुपया तुसीं नहीं देना। ਤੇ ਕਿਉਂ ਨਾ ਇੱਕ ਐਸਾ ਹੁਨਰ ਬੱਚਿਆਂ ਦੇ ਹੱਥ 'ਚ ਦਿੱਤਾ ਜਾਵੇ। ਸੋ ਇੱਕ ਛੋਟੇ ਜਿਹੇ ਗਾঁव ਤੋਂ ਸ਼ੁਰੂਆਤ ਕਰਕੇ ਸਨ 1982 ਦੇ ਵਿੱਚ ਅੱਜ 41 ਇਅਰਸ ਹੋ ਚੁੱਕੇ ਨੇ, ਉਹਨਾਂ ਨੂੰ ਸੁਸਾਇਟੀ ਦੇ ਵਿੱਚ ਅਪਲਿਫਟ ਕੀਤਾ ਜਾਵੇ ਔਰ ਉਹਨਾਂ ਨੂੰ ਆਪਣੇ ਨੌਜਵਾਨਾਂ ਦੇ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ, ਕਿਉਂਕਿ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਆਉਣ ਵਾਲੇ ਕੱਲ ਦੀ, ਤੁਹਾਡੇ ਭਵਿੱਖ ਦੇ ਬਾਰੇ ਅੱਜ ਜਿਹੜੀ ਹੈ ਗੱਲਬਾਤ ਕਰਾਂਗੇ। ਤੇ ਅੱਜ ਅਸੀਂ ਜਿਸ ਸੰਸਥਾ ਵਿੱਚ ਮੌਜੂਦ ਹਾਂ, ਇਹ ਸੰਸਥਾ ਤੁਹਾਨੂੰ ਸਿਖਾਵੇਗੀ ਵੀ, ਤੁਹਾਨੂੰ ਪੜ੍ਹਾਵੇਗੀ ਵੀ ਤੇ ਇਸ ਦੇ ਨਾਲ ਤੁਹਾਡਾ ਰੋਜ਼ਗਾਰ ਚਲਾਉਣ ਦੇ ਵਿੱਚ ਵੀ ਤੁਹਾਡੀ ਮਦਦ ਜਿਹੜੀ ਹੈ ਜ਼ਰੂਰ ਕਰੇਗੀ। ਤੇ ਅੱਜ ਅਸੀਂ ਮੌਜੂਦ ਹਾਂ रूट सैट इंस्टीट्यूट, जिथे कि गवर्नमेंट ऑफ इंडिया के वालों रजिस्टर्ड हैगी है। तो इस नाल ही तुहानूं दस दईए 30 तो भी ज़्यादा कोर्सिस जिहड़े इत्थे करवाए जाते हैं। हत्थी किरत करनी सिखाई जाती है, बेशक असी ड्रैस डिजाइनिंग की गल कर लीए, बेशक असी खेतीबाड़ी की गल कर लीए, बेशक असी पार्लर की गल कर लीए या होर कोर्सिस की गल कर लीए, तो ये कोर्सिस जिहड़े ने इत्थे करवाए जाते हैं। पर ये कोर्सिस करने किवें ने, इस कोर्स ਦੇ ਵਿੱਚ रजिस्टर किवें करना है, ये भी ਤੁਹਾਨੂੰ ਅੱਜ ਜ਼ਰੂਰ ਦੱਸਾਂਗੇ। ਇਸ ਦੇ ਨਾਲ ਸਭ ਤੋਂ ਅਹਿਮ ਗੱਲ ਜਿਹੜੀ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹੈ ਕਿ रूट सैट इंस्टीट्यूट ਦੇ ਵਿੱਚ फ्री ऑफ कॉस्ट ਸਾਰੇ ਕੋਰਸਿਸ ਜਿਹੜੇ ਨੇ कराए ਜਾਂਦੇ ਨੇ, ਜਿਦਾ ਇੱਕ ਵੀ ਰੁਪਈਆ ਤੁਸੀਂ ਨਹੀਂ ਦੇਣਾ। ਤੁਹਾਨੂੰ ਫ੍ਰੀ ਦੇ ਵਿੱਚ ਸਿਖਾਇਆ ਜਾਏਗਾ, ਪੜ੍ਹਾਇਆ ਜਾਏਗਾ, ਤਾਂ ਤੁਹਾਡਾ ਰੋਜ਼ਗਾਰ ਵੀ ਜਿਹੜਾ ਹੈ ਚਲਵਾਉਣ ਦੇ ਵਿੱਚ ਇਹਨਾਂ ਦੇ ਵੱਲੋਂ ਮਦਦ ਕੀਤੀ ਜਾਵੇਗੀ। ਤਾਂ रूट सैट इंस्टीट्यूट ਦੇ ਡਾਇਰੈਕਟਰ ਤਰੁਣ ਸੇਠੀ ਜੀ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ ਪੂਰੀ ਜਾਣਕਾਰੀ ਕੋਰਸਿਸ ਦੇ ਬਾਰੇ ਤੇ रूट सैट ਦੇ ਬਾਰੇ ਅਸੀਂ ਇਹਨਾਂ ਦੇ ਕੋਲ ਅੱਜ ਲੈਣ ਪਹੁੰਚੇ ਹਾਂ। ਤਾਂ ਪੂਰੀ ਗੱਲਬਾਤ ਜਿਹੜੀ ਆਪਾਂ ਜ਼ਰੂਰ ਕਰਾਂਗੇ। ਤਾਂ ਐਂਡ ਤੱਕ ਇਸ ਵੀਡੀਓ ਨੂੰ ਦੇਖਿਓ ਵੀ ਜ਼ਰੂਰ, ਤਾਂ ਸ਼ੇਅਰ ਵੀ ਜ਼ਰੂਰ ਕਰਿਓ ਕਿ ਜਿੰਨੇ ਲੋਕ ਜਿਹੜੇ ਵੀ ਬੱਚੇ ਜਲੰਧਰ ਜਾਂ ਆਸ-ਪਾਸ ਜਾਂ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਨੇ ਉਹ ਇਹਨੂੰ ਦੇਖਣ, ਇਹਨੂੰ ਸ਼ੇਅਰ ਕਰਨ। ਤਾਂ ਲੋਕ ਜਿਹੜੇ ਨੇ ਵੱਧ ਚੜ ਕੇ ਜਿਹੜੇ ਵਿਦੇਸ਼ਾਂ ਨੂੰ ਰੁਖ ਕਰਦੇ ਜਾ ਰਹੇ ਨੌਜਵਾਨ ਨੇ, ਉਹ ਪੰਜਾਬ ਦੇ ਵਿੱਚ ਰਹਿ ਕੇ ਜਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਹੀ ਆਪਣਾ ਕਾਰੋਬਾਰ ਸੈਟਲ ਕਰ ਸਕਣ। ਸਰ ਸਭ ਤੋਂ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਤਾਂ ਜਿਵੇਂ ਇਹ ਗੱਲ ਕੀਤੀ ਹੈ ਮੈਂ, ਵਿਦੇਸ਼ਾਂ ਦਾ ਬੜਾ ਰੁਝਾਨ ਹੈ ਅੱਜ ਕੱਲ੍ਹ ਨੌਜਵਾਨਾਂ ਦੇ ਵਿੱਚ ਵੀ। रूट सैट ਕਹਿੰਦੇ ਵੀ ਲੋਕਾਂ ਦੀ ਹੈਲਪ ਕਰ ਰਿਹਾ ਕਿ ਉਹ ਆਪਣੀ ਕੰਟਰੀ ਦੇ ਵਿੱਚ, ਆਪਣੇ ਰਾਜ ਦੇ ਵਿੱਚ ਰਹਿ ਕੇ ਵਧੀਆ ਤਰੀਕੇ ਨਾਲ ਆਪਣਾ ਵਿਵਸਾਏ ਚਲਾ ਸਕਣ, ਰੋਜ਼ਗਾਰ ਜਿਹੜਾ ਆਪਣਾ ਵਧੀਆ ਕਰ ਸਕਣ। ਤਾਂ ਮਤਲਬ ਕਿਵੇਂ ਤੁਸੀਂ ਦੇਖਦੇ ਹੋ, ਕਿਵੇਂ रूट सैट ਇੰਸਟੀਚਿਊਟ ਦੀ ਜਿਹੜੀ ਚੇਨ ਆ ਉਹ ਕੰਮ ਕਰ ਰਹੀ ਹੈ? ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਥੋੜ੍ਹਾ ਜਿਹਾ ਬਰੀਫ ਕਰਨਾ ਚਾਹੂੰਗਾ ਕਿ रूट सैट ਦੀ ਜਿਹੜੀ ਸੰਸਥਾ ਹੈਗੀ ਹੈ, ਇਹਦੀ ਸਥਾਪਨਾ 1982 ਦੇ ਵਿੱਚ ਹੋਈ ਸੀਗੀ ਕਰਨਾਟਕਾ ਦੇ ਇੱਕ ਬੜੇ ਹੀ ਛੋਟੇ ਜਿਹੇ ਗਾँव ਦੇ ਵਿੱਚ, ਜਿੱਥੇ ਕਿ ਸਾਡੇ ਜਿਹੜੇ ਪ੍ਰੈਜ਼ੀਡੈਂਟ ਨੇ ਡਾਕਟਰ ਡੀ ਵਰਿੰਦਰ ਹੈਗੜੇ ਜੀ, ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਬੜੇ ਹੀ ਛੋਟੇ ਲੈਵਲ ਤੋਂ। ਤੇ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ, ਇਹ ਉਦੋਂ ਹੀ ਉਹਨਾਂ ਦਾ ਵਿਜ਼ਨ ਸੀਗਾ ਕਿ ਅਸੀਂ BA ਕਰ ਲਈਏ, MA ਕਰ ਲਈਏ ਤੇ ਬਾਅਦ ਦੇ ਵਿੱਚ ਅਸੀਂ ਲਿਖਣੀਆਂ ਤਾਂ ਕਿਤਾਬਾਂ ਹੀ ਆ ਲੋਕਾਂ ਦੀਆਂ, ਜਾਂ ਅਕਾਊਂਟਸ ਲਿਖ ਲਾਂਗੇ ਜਾਂ ਕੁਛ ਹੋਰ ਕਰ ਲਾਂਗੇ, ਤੇ ਕਿਉਂ ਨਾ ਇੱਕ ਐਸਾ ਹੁਨਰ ਬੱਚਿਆਂ ਦੇ ਹੱਥ 'ਚ ਦਿੱਤਾ ਜਾਵੇ ਜਿਹਦੇ ਨਾਲ ਕਿ ਉਹ ਜਿਹੜੀ ਜਦੋਂ ਕਿ ਜੌਬ ਮਿਲਣੀਆਂ ਔਖੀਆਂ ਹੋ ਜਾਣਗੀਆਂ ਕਿ ਉਹ ਆਪਣਾ ਵਿਵਸਾਏ ਸ਼ੁਰੂ ਕਰ ਸਕਣ, ਆਪਣੇ ਪੈਰਾਂ 'ਤੇ ਖੜਾ ਹੋ ਸਕਣ। ਤੇ ਇਸ ਵਿਜ਼ਨ ਦੇ ਨਾਲ ਉਹਨਾਂ ਨੇ ਇਸ ਦੀ ਸ਼ੁਰੂਆਤ ਕੀਤੀ ਸੀ। ਸੋ ਇੱਕ ਛੋਟੇ ਜਿਹੇ ਗਾँव ਤੋਂ ਸ਼ੁਰੂਆਤ ਕਰਕੇ ਸਨ 1982 ਦੇ ਵਿੱਚ ਅੱਜ 18 ਤੇ ਆਪਾਂ ਲਾਈਏ ਤੇ 41 ਇਅਰਸ ਹੋ ਚੁੱਕੇ ਨੇ। ਇਹ ਹੁਣ ਪੈਨ ਇੰਡੀਆ ਲੈਵਲ 'ਤੇ ਇਹ ਸੰਸਥਾ ਕੰਮ ਕਰ ਰਹੀ ਹੈ। ਇਹਦੇ ਵਿੱਚ ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਉਹਨਾਂ ਨੂੰ ਇੱਕ ਫਾਈਨਾਂਸ ਦੀ ਪ੍ਰੋਬਲਮ ਆਈ ਸੀ ਕਿ ਫਾਈਨਾਂਸ ਕਿਸ ਤਰ੍ਹਾਂ ਹੈਂਡਲ ਕੀਤਾ ਜਾਏਗਾ, ਕਿਉਂਕਿ ਉਹਨਾਂ ਦਾ ਵਿਜ਼ਨ ਸੀਗਾ ਕਿ ਇਹ ਫ੍ਰੀ ਆਫ ਕਾਸਟ ਹੀ ਰੱਖਣਾ, ਇਹਦੇ 'ਚ ਬੱਚਿਆਂ ਕੋਲੋਂ ਕੋਈ ਵੀ ਪੈਸਾ ਨਾ ਲਿਆ ਜਾਵੇ। ਤੇ ਇਹਦੇ ਲਈ ਉਹਨਾਂ ਨੇ ਫਿਰ ਉੱਥੇ ਦੇ ਕਰਨਾਟਕਾ ਦੇ ਦੋ ਮੁੱਖ ਬੈਂਕ ਸੀਗੇ, ਸਿੰਡੀਕੇਟ ਬੈਂਕ ਔਰ ਕੈਨਰਾ ਬੈਂਕ, ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਬੈਂਕਾਂ ਨੇ ਦੋਨਾਂ ਨੇ ਹਾਮੀ ਭਰ ਦਿੱਤੀ, ਕਿਉਂਕਿ ਬੜਾ ਵਧੀਆ ਉਪਰਾਲਾ ਸੀਗਾ। ਤੇ ਉਹਨੂੰ 20 40 ਔਰ 40 ਦੀ ਰੇਸ਼ੋ ਦੇ ਹਿਸਾਬ ਨਾਲ 20 ਮੰਜੂਨਾਥਨ ਐਜੂਕੇਸ਼ਨਲ ਟਰਸਟ ਹੈ ਜਿਹੜੀ ਕਿ ਡਾਕਟਰ ਡੀ ਵਰਿੰਦਰ ਹੈਗੜੇ ਜੀ ਚਲਾਉਂਦੇ ਨੇ, ਔਰ ਪਲੱਸ 40 ਸਿੰਡੀਕੇਟ ਬੈਂਕ ਔਰ ਕੈਨਰਾ ਬੈਂਕ ਨੇ ਸ਼ੇਅਰ ਆਪਣਾ ਪਾ ਕੇ ਤੇ ਇਸ ਦੀ ਸ਼ੁਰੂਆਤ ਕੀਤੀ। ਹੁਣ ਜਿਉਂ ਕਿ ਸਿੰਡੀਕੇਟ ਬੈਂਕ ਕੈਨਰਾ ਬੈਂਕ ਦੇ ਵਿੱਚ ਮਰਜ ਹੋ ਚੁੱਕਾ ਹੈ ਤੇ ਹੁਣ ਜਿਹੜਾ ਇਹ ਐਕਸਪੈਂਸਿਸ ਜਿਹੜੇ ਬੀਅਰ ਕੀਤੇ ਜਾਂਦੇ ਆ ਉਹ 20 ਔਰ 80% ਦੀ ਰੇਸ਼ੋ ਦੇ ਵਿੱਚ ਬੀਅਰ ਕੀਤੇ ਜਾਂਦੇ ਆ। 20% ਮੰਜੂਨਾਥਨ ਐਜੂਕੇਸ਼ਨਲ ਟਰਸਟ ਔਰ 80% ਕੈਨਰਾ ਬੈਂਕ। ਸੋ ਇਹ ਇੱਕ ਵਧੀਆ ਇੱਕ ਪਲੇਟਫਾਰਮ ਜਿਹੜਾ ਹੈਗਾ ਨੌਜਵਾਨਾਂ ਨੂੰ ਉਹਨਾਂ ਨੇ ਪ੍ਰੋਵਾਈਡ ਕੀਤਾ ਤਾਂ ਕਿ ਉਹ ਇੱਥੇ ਆਉਣ,
ਫ੍ਰੀ ਆਫ ਕਾਸਟ ਆਪਣਾ ਹੁਨਰ ਕੋਈ ਸਿੱਖਣ ਜਿਹੜੇ ਵੀ ਫੀਲਡ ਦੇ ਵਿੱਚ ਉਹਨਾਂ ਦਾ ਇੰਟਰਸਟ ਹੈ, ਔਰ ਉਸ ਤੋਂ ਬਾਅਦ ਆਪਣਾ ਵਿਵਸਾय ਸ਼ੁਰੂ ਕਰ ਸਕਣ। ਜੀ ਤਾਂ ਜੇਕਰ ਜੇ ਮੈਂ ਕੋਰਸਿਸ ਦੀ ਗੱਲ ਕਰਾਂ ਤਾਂ ਸਰ ਕਿੰਨੇ ਕੁ ਕੋਰਸਿਸ ਜਿਹੜੇ ਨੇ ਰੂਟਸੈਟ ਇੰਸਟੀਚਿਊਟ ਦੇ ਵਿੱਚ ਕਰਵਾਏ ਜਾਂਦੇ ਨੇ ਤੇ ਪ੍ਰੈਫਰੈਂਸ ਜਿਹੜੀ ਉਹ ਕਿਹੜੇ ਬੱਚਿਆਂ ਨੂੰ ਰਹਿੰਦੀ ਹੈ ਜ਼ਿਆਦਾ? ਹਾਂ, ਜਿਹੜੇ ਤਾਂ ਨੰਬਰ ਆਫ ਕੋਰਸਿਸ ਦੀ ਗੱਲ ਹੈ ਉਹ ਇਸ ਤਰ੍ਹਾਂ ਹੈ ਕਿ ਇਸ ਦੇ ਵਿੱਚ ਬਾਅਦ ਦੇ ਵਿੱਚ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਗਵਰਨਮੈਂਟ ਆਫ ਇੰਡੀਆ ਇਨਵੋਲਵ ਹੋ ਗਈ ਤੇ ਉਹਨਾਂ ਦੀ ਗਾਈਡਲਾਈਨਸ ਦੇ ਅੰਡਰ ਹੀ 60 ਕੋਰਸਿਸ ਨੇ ਜਿਹੜੇ ਕਿ ਸਾਨੂੰ ਕਹੇ ਗਏ ਨੇ, ਸਾਡੀ ਗਾਈਡਲਾਈਨਸ ਦੇ ਅੰਡਰ ਨੇ ਜਿਹੜੇ ਕਿ ਅਸੀਂ ਕਰਾਉਂਦੇ ਆ। ਬਟ ਚੂੰਕਿ ਆਪਾਂ ਇੱਥੇ ਦੁਆਬਾ ਦੇ ਵਿੱਚ ਬੈਠੇ ਆ ਤੇ ਦੁਆਬਾ ਦੇ ਵਿੱਚ ਰੁਝਾਨ ਜਿਹੜਾ ਹੈਗਾ ਉਹ 5-7 ਕੋਰਸਿਸ ਦਾ ਹੈਗਾ, ਜਿਸ ਦਾ ਆਪਾਂ ਗੱਲ ਕਰੀਏ ਬਿਊਟੀ ਪਾਰਲਰ ਮੈਨੇਜਮੈਂਟ ਜਾਂ ਮੈਨਸ ਪਾਰਲਰ ਸਲੂਨ, ਮੋਬਾਈਲ ਰਿਪੇਅਰ ਐਂਡ ਸਰਵਿਸ, ਰੈਫਰੀਜਰੇਸ਼ਨ ਏਸੀ ਐਂਡ ਰਿਪੇਅਰ, ਇਲੈਕਟ੍ਰੀਸ਼ੀਅਨ ਔਰ ਜੂਟ ਪ੍ਰੋਡਕਟ ਬਾਰੇ ਮੈਂ ਦੱਸਾਂਗਾ। ਅਗਰ ਤੁਹਾਡੇ ਦਰਸ਼ਕਾਂ ਨੂੰ ਇੱਧਰ ਮੈਂ ਦੱਸਣਾ ਚਾਹਾਂਗਾ, ਜਿਸ ਤਰ੍ਹਾਂ ਕਿ ਸਾਡੇ ਕੈਂਡੀਡੇਟਸ ਨੇ ਇਹ 2 ਡੋਲਸ ਬਣਾਈਆਂ ਹੋਈਆਂ, ਇਹ ਸਾਰੀਆਂ ਜੂਟ ਪ੍ਰੋਡਕਟਸ ਦੀ ਉਹ ਹੈ ਪ੍ਰੋਡਕਟ ਹੈ। ਸੋ ਇਹ ਇਸ ਤਰ੍ਹਾਂ ਦੇ ਕੁਝ ਕੋਰਸਿਸ, ਜਿਸ ਤਰ੍ਹਾਂ ਪਲੰਬਰਿੰਗ ਹੋ ਗਿਆ, ਕੁਝ ਇਸ ਤਰ੍ਹਾਂ ਦੇ ਕੋਰਸਿਸ ਨੇ ਜਿਹੜਾ ਕਿ ਦੁਆਬਾ ਦੇ ਵਿੱਚ ਰੁਝਾਨ ਆ, ਉਹ ਅਸੀਂ ਇੱਥੇ ਕਰਾਉਂਦੇ ਆ। ਤੇ ਹੋਰ ਜਿਹੜਾ ਆਪਾਂ ਕਹੀਏ ਕਿ ਇਹਨੂੰ ਜਿਹੜੇ ਬੱਚੇ ਸਾਡੇ ਕੋਲ ਆਉਂਦੇ ਨੇ ਔਰ ਜਿਹੜਾ ਟਾਰਗੇਟ ਹੈ ਨਾ ਸਾਡਾ ਜਾਂ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਟਾਰਗੇਟ ਹੈ ਉਹ ਬਿਲੋ ਪਾਵਰਟੀ ਲਾਈਨ, ਜਿਹਨੂੰ ਆਪਾਂ BPL ਕੈਂਡੀਡੇਟ ਕਹਿੰਦੇ ਆ, ਉਹ ਹੈ। ਉਹਨਾਂ ਨੂੰ ਅਸੀਂ ਟਾਰਗੇਟ ਕਰਨਾ ਤਾਂ ਕਿ ਉਹ ਉਹਨਾਂ ਨੂੰ ਸੁਸਾਇਟੀ ਦੇ ਵਿੱਚ ਅਪਲਿਫਟ ਕੀਤਾ ਜਾਵੇ ਔਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਜਾਵੇ ਔਰ ਉਹ ਆਪਣਾ ਰੋਜ਼ਗਾਰ ਦਾ ਸਾਧਨ ਬਣ ਸਕਣ। ਸਰ ਕੋਰਸਿਸ ਦੀ ਡਿਊਰੇਸ਼ਨ ਕੀ ਰਹਿੰਦੀ ਹੈ? ਮਤਲਬ ਜਿਵੇਂ ਮੰਨ ਲਓ ਪਾਰਲਰ ਦਾ ਕੋਰਸ ਹੈ ਉਹ ਕਿੰਨੇ ਦਿਨਾਂ ਦੇ ਵਿੱਚ ਕੰਪਲੀਟ ਹੋ ਜਾਂਦਾ ਹੈ, ਤਾਂ ਟਾਈਮਿੰਗ ਜਿਹੜੀ ਆ ਕਿੰਨੀ ਕੁ ਰਹਿੰਦੀ ਹੈ, ਕਿੰਨੇ ਕੁ ਸਮੇਂ 'ਚ ਜਿਹੜਾ ਬੱਚਾ ਤੁਹਾਨੂੰ ਲੱਗਦਾ ਹੈ ਵੀ ਬਿਲਕੁਲ ਟ੍ਰੇਨਡ ਹੋ ਜਾਂਦਾ? ਡਿਊਰੇਸ਼ਨ ਦੀ ਅਗਰ ਗੱਲ ਕਰੀਏ ਤਾਂ ਡਿਊਰੇਸ਼ਨ ਇਸ ਤਰ੍ਹਾਂ ਹੈ, ਸਾਡੇ ਕੋਲ 13 ਦਿਨ, 15 ਦਿਨ, 30 ਦਿਨ ਤੇ 45 ਦਿਨ ਦੇ ਕੋਰਸਿਸ ਨੇ। ਸਾਰੇ ਸਾਡੇ ਕੋਰਸਿਸ ਜਿਹੜੇ ਆ ਸ਼ਾਰਟ ਟਰਮ ਨੇ। ਔਰ ਬਿਊਟੀ ਪਾਰਲਰ ਦੀ ਗੱਲ ਕਰੀਏ ਤੇ 30 ਦਿਨ ਦਾ ਕੋਰਸ ਹੈ। ਔਰ ਵੈਸੇ ਤਾਂ ਇੱਕ ਅਗਰ ਦੇਖਿਆ ਜਾਵੇ ਤਾਂ ਪਹਿਲਾਂ ਇਸ ਦਿਮਾਗ ਦੇ ਵਿੱਚ ਆਉਂਦਾ ਕਿ ਇੰਨੇ ਸ਼ਾਰਟ ਟਰਮ ਦੇ ਵਿੱਚ ਕੋਈ ਕੀ ਸਿਖਾ ਪਾਏਗਾ, ਲੇਕਿਨ ਅਸੀਂ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਟ੍ਰੇਨਿੰਗ ਆ ਬੜੀ ਐਗਰੈਸਿਵ ਔਰ ਇੰਟੈਂਸਿਵ ਟ੍ਰੇਨਿੰਗ ਹੈ। ਔਰ ਇਹਦਾ ਉਦਾਹਰਨ ਇਹ ਹੈ ਕਿ ਸਾਡੇ ਕੋਲ ਦੂਰੋਂ ਬੱਚੇ, ਹਾਲਾਂਕਿ ਪੰਜਾਬ ਦੇ ਵਿੱਚ 17 RCTਆਂ ਕੰਮ ਕਰ ਰਹੀਆਂ, ਬਟ ਸਾਡੇ ਕੋਲ ਰੂਟਸੈਟ ਜਲੰਧਰ ਕੋਲ ਦੂਰੋਂ ਬੱਚੇ ਆਉਂਦੇ ਨੇ ਔਰ ਇੱਥੇ ਆ ਕੇ ਆਪਣਾ, ਕਿਉਂਕਿ ਇਸ ਰੂਟਸੈਟ ਜਲੰਧਰ ਸੰਸਥਾ ਦਾ ਇੱਕ ਨਾਮ ਹੋ ਚੁੱਕਾ ਪੰਜਾਬ ਦੇ ਵਿੱਚ, ਇੱਥੋਂ ਆ ਕੇ ਉਹ ਆਪਣੀ ਪ੍ਰੈਫਰੈਂਸ ਦਿੰਦੇ ਨੇ ਇਸ ਇੰਸਟੀਚਿਊਟ ਨੂੰ, ਇੱਥੇ ਆ ਕੇ ਸਿੱਖਦੇ ਨੇ। ਔਰ ਅਸੀਂ ਇਹ ਯਕੀਨ ਨਾਲ ਕਹਿ ਸਕਦੇ ਹਾਂ ਕਿ ਜਦੋਂ ਬੱਚਾ ਇੱਥੋਂ ਐਗਰੈਸਿਵ ਔਰ ਇੰਟੈਂਸਿਵ ਟ੍ਰੇਨਿੰਗ ਲੈ ਕੇ ਨਿਕਲਦਾ 30 ਦਿਨ ਬਾਅਦ, ਉਹ ਸਿੱਧਾ ਆਪਣੀ ਕਿਤੇ ਨਾ ਕਿਤੇ ਜੌਬ ਕਰ ਸਕਦਾ ਔਰ ਸਿੱਧਾ ਹੀ ਆਪਣਾ ਕੋਈ ਵਿਵਸਾय ਵੀ ਸ਼ੁਰੂ ਕਰ ਸਕਦਾ। ਔਰ ਇਹਦੇ ਵਿੱਚ ਮੈਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਇੱਥੇ ਹੋਸਟਲ ਦੀ ਵੀ ਫੈਸਿਲਿਟੀ ਹੈ। ਜਿਹੜੇ ਬੱਚੇ ਦੂਰੋਂ ਆਉਂਦੇ ਨੇ ਉਹ ਇੱਥੇ ਰਹਿੰਦੇ ਵੀ ਨੇ ਔਰ ਅਸੀਂ ਸਿਰਫ ਇਹ ਫ੍ਰੀ ਟ੍ਰੇਨਿੰਗ ਨਹੀਂ ਦੇ ਰਹੇ, ਅਸੀਂ ਉਹਨਾਂ ਦਾ ਜਿਹੜਾ ਖਾਣ ਪੀਣ ਦਾ ਜਿਹੜਾ ਰਹਿਣ ਦਾ ਖਰਚਾ ਹੈ ਜਾਂ ਉਹਨਾਂ ਦੀ ਕੋਈ ਯੂਨੀਫਾਰਮ ਹੈ ਉਹ ਵੀ ਅਸੀਂ ਫ੍ਰੀ ਦਿੰਦੇ ਹਾਂ, ਅਸੀਂ ਪ੍ਰੋਵਾਈਡ ਕਰਦੇ ਹਾਂ। 3 ਟਾਈਮ ਦਾ ਮੀਲ ਔਰ 2 ਟਾਈਮ ਦੀ ਚਾਹ ਇੱਥੇ ਦਿੱਤੀ ਜਾਂਦੀ ਹੈ ਉਹਨਾਂ ਨੂੰ ਫ੍ਰੀ ਆਫ ਕਾਸਟ। ਔਰ ਜਿਹੜਾ ਇਸ ਬੈਚ ਦੇ ਦੌਰਾਨ ਕੰਡਕਟ ਹੋਣ ਦੇ ਦੌਰਾਨ ਪ੍ਰੈਕਟੀਕਲ ਜਿਹੜਾ ਸੈਸ਼ਨ ਚੱਲਦਾ ਔਰ ਉਹਦੇ ਵਿੱਚ ਰਾ ਮਟੀਰੀਅਲ ਜਿਹੜਾ ਯੂਜ਼ ਹੁੰਦਾ ਉਹ ਵੀ ਅਸੀਂ ਬੱਚਿਆਂ ਤੋਂ ਨਹੀਂ ਮੰਗਾਈਦਾ, ਉਹ ਵੀ ਅਸੀਂ ਪ੍ਰੋਵਾਈਡ ਕਰੀਦਾ ਜੀ। ਤੇ ਸਰ ਇਹਦੇ ਨਾਲ ਮੈਂ ਇਹ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਜਿਵੇਂ ਬੱਚੇ ਨੇ ਕੋਰਸ ਕਰ ਲਿਆ, ਹੁਣ ਕੋਰਸ ਕਰਨ ਤੋਂ ਬਾਅਦ ਉਹਨੇ ਆਪਣਾ ਕੰਮਕਾਜ ਜਿਹੜਾ ਸ਼ੁਰੂ ਕਰਨਾ ਹੈ, ਉਹਦੇ ਕੋਲ ਪੈਸੇ ਨਹੀਂ ਹੈ, ਤਾਂ ਮਤਲਬ ਜਿਵੇਂ ਇਹ ਵੀ ਸੁਣਿਆ ਕਿ ਤੁਸੀਂ ਲੋਕ ਲੋਨ ਦੇ ਵਿੱਚ ਵੀ ਬੱਚੇ ਦੀ ਹੈਲਪ ਕਰਦੇ ਹੋ ਉਹਨਾਂ ਦਾ ਕਾਰੋਬਾਰ ਸ਼ੁਰੂ ਕਰਵਾਉਣ ਦੇ ਵਿੱਚ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਦੱਸ ਚੁੱਕਾ ਤੁਹਾਨੂੰ ਕਿ ਸਾਡਾ ਜਿਹੜਾ ਟਾਰਗੇਟ ਗਰੁੱਪ ਹੈ ਉਹ BPL ਕੈਂਡੀਡੇਟ ਹੈ, ਬਿਲੋ ਪਾਵਰਟੀ ਲਾਈਨ ਦੇ ਬੱਚੇ ਜਿਹੜੇ ਹੈਗੇ ਆ। ਔਰ ਨੈਚੁਰਲੀ ਉਹ ਫਾਈਨੈਂਸ਼ੀਅਲੀ ਸਾਊਂਡ ਨਹੀਂ ਹੁੰਦੇ ਕਿਉਂਕਿ ਉਹ BPL ਬੱਚੇ ਨੇ। ਤੇ ਸਾਡੀ ਜਿਹੜੀ ਗਾਈਡਲਾਈਨਸ ਹੈ ਉਹ ਇਹ ਹੈ ਕਿ ਜਦੋਂ ਬੱਚਾ ਇੱਥੋਂ ਕੋਰਸ ਕਰਕੇ ਨਿਕਲਦਾ ਅਸੀਂ 2 ਸਾਲ ਤੱਕ ਉਹਨੂੰ ਫੋਲੋ ਅਪ ਕਰਨਾ। ਫੋਲੋ ਅਪ ਮੀਨਸ ਅਸੀਂ ਉਹਨੂੰ ਹਰ ਕੁਆਟਰਲੀ ਜਾਂ ਹਾਫ ਈਅਰਲੀ ਅਸੀਂ ਉਹਨੂੰ ਪੁੱਛਦੇ ਰਹਿਣਾ ਕਿ ਬੱਚਾ ਤੂੰ ਕੀ ਕਰ ਰਿਹਾ, ਇੱਥੇ ਤੂੰ ਕੋਰਸ ਕੀਤਾ ਸੀ ਉਹਦਾ ਤੈਨੂੰ ਕੋਈ ਬੈਨੀਫਿਟ ਹੋਇਆ ਜਾਂ ਉਸ ਚੀਜ਼ ਨੂੰ ਤੂੰ ਆਪਣੇ ਜੀਵਨ 'ਚ ਢਾਲਿਆ ਕਿ ਨਹੀਂ ਢਾਲਿਆ, ਜਾਂ ਉਹਦਾ ਕੋਈ ਵਿਵਸਾय ਸ਼ੁਰੂ ਕੀਤਾ ਨਹੀਂ ਕੀਤਾ। ਅਗਰ ਤਾਂ ਉਹ ਦੱਸਦਾ ਕਿ ਮੈਂ ਜੌਬ ਕਰ ਰਿਹਾ, ਓਕੇ ਠੀਕ ਹੈ। ਅਗਰ ਉਹ ਦੱਸਦਾ ਕਿ ਮੈਂ ਜੌਬ ਕਰ ਰਿਹਾ ਸੀਗਾ, ਹੁਣ ਮੈਂ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਬਟ ਮੇਰੇ ਕੋਲ ਫਾਈਨਾਂਸ ਨਹੀਂ ਹੈਗਾ,
ਤੇ ਕਿਉਂਕਿ ਅਸੀਂ ਮੈਂ ਪਹਿਲਾਂ ਦੱਸ ਚੁੱਕਾ ਕਿ ਇਹ ਜਿਹੜੀ ਸੰਸਥਾ ਹੈਗੀ ਜਲੰਧਰ ਦੀ, ਇਹ ਕੈਨਰਾ ਬੈਂਕ ਚਲਾ ਰਿਹਾ ਤੇ ਬੀਇੰਗ ਬੈਂਕਰ ਅਸੀਂ ਉਹਨੂੰ ਕਹਿੰਦੇ ਆ ਕਿ ਤੂੰ ਠੀਕ ਹੈ ਬੇਟਾ ਸਾਡੇ ਕੋਲ ਆ। ਅਸੀਂ ਉਹਦਾ ਹੀ ਪ੍ਰੋਜੈਕਟ ਰਿਪੋਰਟ ਬਣਾ ਕੇ ਆਪਣੇ ਪੋਰਟਲ ਦੇ ਥਰੂ, ਰੂਟਸੈਟ ਦੇ ਪੋਰਟਲ ਦੇ ਥਰੂ, ਜਿੱਥੇ ਵੀ ਉਸ ਬੱਚੇ ਦਾ ਅਕਾਊਂਟ ਹੁੰਦਾ ਜਾਂ ਕੈਨਰਾ ਬੈਂਕ ਦੇ ਵਿੱਚ, ਅਸੀਂ ਉਹਦਾ ਲੋਨ ਐਪਲੀਕੇਸ਼ਨ ਭੇਜ ਕੇ ਤੇ ਉਹਦੀ ਲੋਨ ਜਿਹੜੀ ਐਪਲੀਕੇਸ਼ਨ ਹੈ ਉਹਨੂੰ ਅਪਰੂਵ ਕਰਾਉਣ ਦੇ ਵਿੱਚ ਉਹਦੀ ਪੂਰੀ ਸਹਾਇਤਾ ਕਰਦੇ। ਤੇ ਕਹਿੰਦੇ ਤੇ ਵੀ ਮੋਟੀਵੇਸ਼ਨਲ ਕਲਾਸਿਸ ਵੀ ਜਿਹੜੀਆਂ ਸਟੂਡੈਂਟਸ ਲਈ ਚੱਲਦੀਆਂ ਨੇ ਕਿ ਉਹ ਮੋਟੀਵੇਟ ਰਹਿਣ ਔਰ ਆਪਣੀ ਜ਼ਿੰਦਗੀ 'ਚ ਵਧੀਆ ਕਰਨ, ਤਾਂ ਉਹ ਫਿਰ ਕਿਵੇਂ ਕੰਡਕਟ ਹੁੰਦੀਆਂ ਨੇ, ਤਾਂ ਕਦੋਂ ਬੱਚਿਆਂ ਨੂੰ ਮਤਲਬ ਮੋਟੀਵੇਸ਼ਨਲ ਸਪੀਕਰਸ ਦੇ ਨਾਲ ਰੂਬਰੂ ਕਰਾਇਆ ਜਾਂਦਾ? ਐਕਚੁਅਲੀ ਜਿਹੜੀ ਇਹ ਸਾਡੀ ਸੰਸਥਾ ਹੈਗੀ ਹੈ, ਇਹਦੇ ਵਿੱਚ ਸਾਡੇ ਕੋਲ 2 ਫੈਕਲਟੀ ਨੇ ਜਿਹੜੇ ਕਿ EDP ਟ੍ਰੇਨਡ ਫੈਕਲਟੀ ਨੇ। ਉਹਨਾਂ ਦਾ ਜਿਹੜਾ ਕੰਮ ਹੈ ਉਹ ਇਹੀ ਹੈ ਕਿ ਉਹਨਾਂ ਨੂੰ ਬੱਚਿਆਂ ਨੂੰ ਮੋਟੀਵੇਟ ਕਰਨਾ ਆਪਣੀ ਲਾਈਫ ਦੇ ਵਿੱਚ ਅੱਗੇ ਵਧਣ ਲਈ। ਉਹ ਇਹਦੇ ਵਿੱਚ ਮੋਟੀਵੇਸ਼ਨ ਦੇ ਵਿੱਚ ਸਾਡੇ ਕੋਲ ਕਈ ਤਰ੍ਹਾਂ ਦੀਆਂ ਗੇਮਸ ਵੀ ਨੇ, ਗੇਮਸ ਦੇ ਥਰੂ ਵੀ ਅਸੀਂ ਮੋਟੀਵੇਟ ਕਰਵਾਉਂਦੇ ਹਾਂ ਉਹਨਾਂ ਨੂੰ। ਔਰ ਜਿਹੜੀ ਸਾਡੇ ਕੋਲ ਫੈਕਲਟੀ ਜਿਹੜੀ ਅਸੀਂ ਡੋਮੇਨ ਫੈਕਲਟੀ ਜਿਹਨੂੰ ਕਹਿੰਦੇ ਆ, ਉਹ ਅਸੀਂ ਹਾਇਰ ਕਰਦੇ ਹਾਂ ਔਰ ਉਹ ਵੀ ਸਰਟੀਫਾਈਡ ਟ੍ਰੇਨਰ ਹੁੰਦੇ ਆ ਸਾਡੇ ਆਲ ਇੰਡੀਆ ਲੈਵਲ ਤੇ। ਨਾਰ ਇੱਕ ਨੈਸ਼ਨਲ ਅਕੈਡਮੀ ਆਫ ਰੂਟ ਸੈਟੀ ਹੈ, ਉਹ ਉਹਨਾਂ ਦਾ ਐਗਜ਼ਾਮ ਲੈਂਦੀ ਹੈ, ਹਰ 2 ਸਾਲ ਬਾਅਦ ਉਹਨਾਂ ਦਾ ਸਰਟੀਫਿਕੇਟ ਰਿਨਿਊਅਲ ਹੁੰਦਾ। ਅਸੀਂ ਐਦਾਂ ਹੀ ਕਿਸੇ ਨੂੰ ਬਾਹਰੋਂ ਫਕੜ ਕੇ ਅਸੀਂ ਇੱਥੇ ਟ੍ਰੇਨਿੰਗ ਨਹੀਂ ਦਵਾ ਸਕਦੇ। ਅਸੀਂ ਸਰਟੀਫਾਈਡ ਟੀਚਰ ਹੀ ਸਾਡੇ ਹੁੰਦੇ ਨੇ ਜਿਹੜੇ ਕਿ ਟ੍ਰੇਨਿੰਗ ਦਿੰਦੇ ਨੇ ਔਰ ਮੋਟੀਵੇਸ਼ਨਲ ਕਲਾਸਿਸ ਲੈਂਦੇ ਨੇ। ਤਾਂ ਸਰ ਜਿੱਦਾਂ ਤੁਸੀਂ ਕਿਹਾ ਕਿ ਫ੍ਰੀ ਕੋਰਸਿਸ ਜਿਹੜੇ ਤੁਸੀਂ ਕਰਾਉਂਦੇ ਹੋ, ਹੈ ਨਾ, ਕਈ ਵਾਰ ਇਹ ਹੁੰਦਾ ਕਿ ਇੱਕ ਬੱਚੇ ਦਾ ਇੰਟਰਸਟ 2-3 ਕੋਰਸਿਸ ਦੇ ਵਿੱਚ ਹੁੰਦਾ, ਤਾਂ ਇਹ ਮਤਲਬ ਇੱਕ ਟਾਈਮ ਤੇ ਇੱਕ ਹੀ ਕੋਰਸ ਕਰ ਸਕਦਾ, ਮਤਲਬ ਕਿ ਡਿਊਰੇਸ਼ਨ ਹੁੰਦੀ ਹੈ ਜਾਂ ਕੁਝ ਟਾਈਮ ਬਾਅਦ ਦੁਬਾਰਾ ਕੋਰਸ ਕਰਨ ਬੱਚਾ ਆ ਸਕਦਾ ਜਾਂ ਨਹੀਂ ਆ ਸਕਦਾ, ਵੀ ਉਹਦਾ ਕੀ ਸਿਸਟਮ ਰਹਿੰਦਾ, ਉਹ ਪਲੀਜ਼ ਸਾਡੇ ਦਰਸ਼ਕਾਂ ਨੂੰ ਦੱਸੋ। ਦੇਖੋ, ਜਿਹੜਾ ਗੌਰਮੈਂਟ ਦਾ ਪਰਪਸ ਹੈ ਉਹ ਹੈਗਾ ਕਿ ਇਹਨਾਂ ਨੂੰ ਬੱਚਿਆਂ ਨੂੰ, BPL ਬੱਚਿਆਂ ਨੂੰ ਖਾਸ ਕਰਕੇ ਅਪਲਿਫਟ ਕਰਨਾ ਔਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ। ਹੁਣ ਜਦੋਂ ਬੱਚੇ ਨੇ ਇੱਕ ਕੋਰਸ ਕਰ ਲਿਆ ਤੇ ਸਾਡਾ ਟੀਚਾ ਤਾਂ ਇਹੀ ਹੈ, ਟਾਰਗੇਟ ਤਾਂ ਇਹੀ ਹੈ, ਉਹ ਉਸੇ ਫੀਲਡ ਦੇ ਵਿੱਚ ਆਪਣੀ ਜਾ ਕੇ ਜੌਬ ਕਰੇ ਜਾਂ ਆਪਣਾ ਵਿਵਸਾय ਸ਼ੁਰੂ ਕਰੇ, ਜਾਂ ਜੌਬ ਕਰਨੀ ਹੈ ਥੋੜਾ ਜਿਹਾ ਐਕਸਪੀਰੀਅੰਸ ਲੈ ਲਵੇ, ਉਸ ਤੋਂ ਬਾਅਦ ਆਪਣਾ ਕੰਮ ਸ਼ੁਰੂ ਕਰੇ। ਕਿਉਂਕਿ ਅਗਰ ਉਹ 1 2 3 ਅਗਰ ਟ੍ਰੇਨਿੰਗ ਲਏਗਾ ਤੇ ਉਹ ਵੇਵਰਿੰਗ ਹੋ ਜਾਏਗਾ ਕਿ ਮੈਂ ਕਿਹੜੀ ਫੀਲਡ 'ਚ ਜਾਵਾਂ ਜਾਂ ਕਿਹੜੇ 'ਚ ਨਹੀਂ ਜਾਵਾਂ। ਔਰ ਪਲੱਸ ਇੱਕ ਸਾਡਾ ਜਿਹੜਾ ਹੈਗਾ ਇਹ ਆਨਲਾਈਨ ਸਿਸਟਮ ਹੈ ਅੱਜ ਕੱਲ੍ਹ, ਇਹਦੇ ਵਿੱਚ ਬੱਚਾ ਇੱਕ ਕੋਰਸ ਹੀ ਕਰ ਸਕਦਾ ਔਰ ਉਸੇ ਕੋਰਸ ਦੇ ਵਿੱਚ ਇੱਕ ਸਾਡਾ ਟੀਚਾ ਹੁੰਦਾ ਕਿ ਉਹਨੂੰ ਉਸੇ ਫੀਲਡ ਦੇ ਵਿੱਚ ਐਸਟੈਬਲਿਸ਼ ਕੀਤਾ ਜਾਵੇ। ਜੀ ਸਰ, ਜਿਵੇਂ ਆਪਾਂ ਗੱਲ ਕੀਤੀ ਕਿ ਬੱਚੇ ਦੂਰੋਂ ਤੁਹਾਡੇ ਕੋਲ ਆ ਰਹੇ ਨੇ, ਹੈ ਨਾ, ਹੋਸਟਲ ਫੈਸਿਲਿਟੀ ਹੈ, ਤਾਂ ਕਿੱਥੋਂ ਬੱਚੇ ਜਿਹੜੇ ਨੇ ਤੁਹਾਡੇ ਕੋਲ ਇੱਥੇ ਪੜ੍ਹਨ ਆ ਰਹੇ ਨੇ, ਕੋਰਸ ਕਰਨ ਆ ਰਹੇ ਨੇ? ਜੀ, ਮੈਂ ਦੱਸਣਾ ਚਾਹਾਂਗਾ, ਪ੍ਰਾਊਡਲੀ ਦੱਸਣਾ ਚਾਹਾਂਗਾ ਕਿ ਸਾਡੇ ਕੋਲ ਦੂਰੋਂ ਫਾਜ਼ਿਲਕਾ, ਗੁਰੂ ਹਰਸਹਾਏ, ਫਰੀਦਕੋਟ, ਪਟਿਆਲਾ, ਇੱਧਰੋਂ ਆਪਾਂ ਲਾ ਲਈਏ ਗੁਰਦਾਸਪੁਰ, ਇੱਥੋਂ ਵੀ ਬੱਚੇ ਆਉਂਦੇ ਨੇ। ਹਾਲਾਂਕਿ 17 RCTਆਂ ਮੈਂ ਪਹਿਲਾਂ ਵੀ ਦੱਸ ਚੁੱਕਾ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਡਿਫਰੈਂਟ ਬੈਂਕਸ ਦੀਆਂ, ਬਟ ਉਹ ਪ੍ਰੈਫਰੈਂਸ ਸਾਨੂੰ ਹੀ ਜਲੰਧਰ ਨੂੰ ਮਿਲਦੀ ਹੈ ਕਿਉਂਕਿ ਅਸੀਂ ਆਪਣੀ ਜਿਹੜੀ ਹੈ ਕੁਆਲਿਟੀ ਨਾਲ ਕਦੀ ਸਮਝੌਤਾ ਨਹੀਂ ਕਰਦੇ। ਇਹ ਸਾਡੇ ਜਿਹੜਾ ਕੈਨਰਾ ਬੈਂਕ ਦਾ ਇੱਕ ਨਿਰਦੇਸ਼ ਕਹਿ ਲਓ ਜਾਂ ਕਿ ਕੁਆਲਿਟੀ ਨਾਲ ਅਸੀਂ ਸਮਝੌਤਾ ਨਹੀਂ ਕਰਦੇ ਔਰ ਸਾਡੇ ਕੋਲ ਜਿਹੜੀ ਫੰਡਸ ਦੀ ਹੈ ਉਹ ਕਦੀ ਕਮੀ ਨਹੀਂ ਹੁੰਦੀ। ਸਰ, ਟਾਈਮਿੰਗ ਕੀ ਰਹਿੰਦੀ ਕਲਾਸ ਦੀ? ਕਿੰਨਾ ਘੰਟੇ ਜਿਹੜੇ ਸਟੂਡੈਂਟਸ ਉਹਨਾਂ ਦੀ ਕਲਾਸ ਰਹਿੰਦੀ? ਜੀ ਹਾਂ, ਇੱਥੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਟਾਈਮਿੰਗ ਹੈ ਸਾਡੀ ਉਹ ਡੇਲੀ ਟਾਈਮਿੰਗ ਹੈ 9:30 ਤੋਂ 5:30। ਔਰ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਇੱਥੇ ਦੱਸਣਾ ਚਾਹਾਂਗਾ ਕਿ ਸਾਡਾ ਇੱਕ ਸੈਸ਼ਨ ਹੁੰਦਾ ਮਿਲੀ ਸੈਸ਼ਨ, ਜਿਹਨੂੰ ਜਿੱਦਾਂ ਤੁਸੀਂ ਮੋਟੀਵੇਸ਼ਨਲ ਕਲਾਸਿਸ ਦੀ ਗੱਲ ਕੀਤੀ ਸੀ, ਇੱਕ ਮਿਲੀ ਸੈਸ਼ਨ ਹੁੰਦਾ ਜਿਹਨੂੰ ਅਸੀਂ ਕਹਿੰਦੇ ਮੋਸਟ ਇੰਪੋਰਟੈਂਟ ਲੈਸਨ ਲਰਨ ਯੈਸਟਰਡੇ। ਉਹ ਬੱਚਿਆਂ ਕੋਲੋਂ ਅਸੀਂ ਨੈਕਸਟ ਡੇ ਸਪੀਚ ਕਰਵਾਈ ਦੀ ਹੈ ਕਿ ਹਾਂ ਬੱਚੇ, ਉਹ ਬੱਚਾ ਦੱਸਦਾ ਕਿ ਕੱਲ ਮੈਂ ਜੋ ਸਿੱਖਿਆ ਉਹ ਮੈਂ ਕੀ ਸਿੱਖਿਆ ਤੇ ਮੈਂ ਕਿਸ ਤਰ੍ਹਾਂ ਉਹਨੂੰ ਆਪਣੇ ਅਡਾਪਟ ਕੀਤਾ। ਸੋ ਅਸੀਂ 9:30 ਤੋਂ 5:30, ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਸਾਡੀ ਇਹ ਟ੍ਰੇਨਿੰਗ ਬੜੀ ਇੰਟੈਂਸਿਵ ਹੁੰਦੀ ਹੈ। ਈਵਨ ਕਿ ਇੱਥੇ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ 30 ਡੇਜ਼ ਮੀਨਸ 30 ਡੇਜ਼, ਨੋ ਹੌਲੀਡੇ, ਨੋ ਸੰਡੇ ਵੀ ਸਾਡੀਆਂ ਬੈਚਿਸ ਲੱਗਦੇ ਨੇ, ਸੈਟਰਡੇ ਸੰਡੇ ਸਭ ਬੈਚਿਸ ਲੱਗਦੇ ਨੇ ਔਰ 9:30 ਤੋਂ 5:30 ਟਾਈਮਿੰਗ ਹੁੰਦੀ ਹੈ। ਮਤਲਬ ਇਹ ਕਹਿ ਸਕਦੇ ਵੀ ਰੂਟ ਸੈਟ ਦੇ ਵਿੱਚ ਉਹੀ ਸਟੂਡੈਂਟ ਟ੍ਰੇਨਿੰਗ ਦੇ ਲਈ ਆਵੇ ਜਿਹੜਾ ਡੈਡੀਕੇਸ਼ਨ ਦੇ ਨਾਲ ਆਪਣੇ ਫਿਊਚਰ ਦੇ ਲਈ ਕੁਝ ਕਰਨਾ ਚਾਹੁੰਦਾ। ਜੀ ਬਿਲਕੁਲ। ਦੇਖੋ, ਅਸੀਂ ਇੰਨਾ ਕੁਝ ਦੇ ਰਹੇ ਹਾਂ, ਫ੍ਰੀ ਆਫ ਕਾਸਟ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਹਾਂ, ਉਹਨਾਂ ਦਾ ਖਾਣ ਪੀਣ ਦਾ ਧਿਆਨ ਰੱਖ ਰਹੇ ਹਾਂ, ਉਹਨਾਂ ਦੀ ਰਹਿਣ ਦੀ ਵਿਵਸਥਾ ਕਰ ਰਹੇ ਹਾਂ। ਅੱਜ ਸਾਡੀ ਇੱਕੋ ਹੀ ਡਿਮਾਂਡ ਹੁੰਦੀ ਹੈ ਉਹਨਾਂ ਕੋਲੋਂ ਕਿ ਸਾਨੂੰ 30 ਦਿਨ ਤੁਸੀਂ ਪੂਰੇ ਦੇਣੇ ਆ ਔਰ ਅਸੀਂ ਤੁਹਾਡੇ ਕੋਲ ਹੋਰ ਕੋਈ ਡਿਮਾਂਡ ਨਹੀਂ ਹੈਗੀ। ਤੁਸੀਂ 30 ਦਿਨ ਦਾ ਟਾਈਮ ਸਾਨੂੰ ਦਿਓ ਤੇ ਅਸੀਂ ਤੁਹਾਡਾ ਜੀਵਨ ਸਵਾਰਨ ਦੇ ਵਿੱਚ
ਕੋਸ਼ਿਸ਼ ਕਰਦੇ ਅੱਛਾ ਸਰ, ਹੁਣ ਇੱਕ ਮੋਸਟ ਇੰਪੋਰਟੈਂਟ ਸਵਾਲ, ਹਾਊ ਟੂ ਅਪਲਾਈ, ਕਿਵੇਂ ਅਪਲਾਈ ਕਰੀਏ, ਕਿਵੇਂ ਰਜਿਸਟਰ ਕੀਤਾ ਜਾ ਸਕਦਾ ਹੈ, ਏਜ ਲਿਮਿਟ ਜਿਹੜੀ ਉਹ ਕੀ ਹੈਗੀ ਹੈ, ਇੱਕ ਲਾਸਟ ਸਵਾਲ ਹੈ ਸਾਡੇ ਦਰਸ਼ਕਾਂ ਨੂੰ, ਇਹ ਜ਼ਰੂਰ ਤੁਸੀਂ ਦੱਸ ਦਿਓ ਤਾਂ ਕਿ ਜਿੰਨੇ ਵੀ ਲੋਕ ਦੇਖ ਰਹੇ ਨੇ, ਜਿਹੜੀ ਨੌਜਵਾਨ ਪੀੜ੍ਹੀ ਅੱਜ ਵਿਦੇਸ਼ਾਂ ਨੂੰ ਜਿਹੜੀ ਰੁੱਖ ਕਰ ਰਹੀ ਆ, ਉਹ ਪੰਜਾਬ 'ਚ ਰਹਿ ਕੇ ਆਪਣੇ ਦੇਸ਼ 'ਚ ਰਹਿ ਕੇ ਆਪਣਾ ਭਵਿੱਖ ਬਣਾ ਸਕੇ। ਦੇਖੋ, ਜਿਹੜਾ ਤਾਂ ਅਪਲਾਈ ਕਰਨ ਦਾ ਸਵਾਲ ਹੈ ਉਹ ਤਾਂ ਫਿਜ਼ੀਕਲੀ ਇੱਥੇ ਆ ਕੇ ਇੰਸਟੀਚਿਊਟ ਦੇ ਵਿੱਚ ਆ ਕੇ, ਸਾਡਾ ਇੰਸਟੀਚਿਊਟ ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈਗਾ ਮਾਡਲ ਹਾਊਸ ਦੇ ਵਿੱਚ ਸੰਤ ਨਾਮ ਦੇ ਭਵਨ ਦੇ ਵਿੱਚ ਸਥਾਪਿਤ ਹੈ, ਜਿਹੜਾ ਕਿ ਮਾਡਲ ਹਾਊਸ ਬਸਤੀ ਸ਼ੇਖ ਰੋਡ ਤੇ ਔਰ ਨੀਅਰ ਬਵੇਜਾ ਹਸਪੀਟਲ ਹੈ। ਫਿਜ਼ੀਕਲੀ ਇੱਥੇ ਆ ਕੇ ਦੇ ਸਕਦੇ, ਅਪਲਾਈ ਕਰ ਸਕਦੇ, ਜਾਂ ਉਹ ਆਨਲਾਈਨ ਵੀ ਅਪਲਾਈ ਕਰ ਸਕਦੇ। rootsetjalandhar.org ਤੇ ਜਾ ਕੇ ਉਹ ਆਨਲਾਈਨ ਵੀ ਐਪਲੀਕੇਸ਼ਨ ਆਪਣੀ ਕਰ ਸਕਦੇ ਆ। ਤੇ ਜਿਹੜਾ ਵਿਦੇਸ਼ਾਂ ਦੇ ਵਿੱਚ ਜਾਣ ਵਾਲਾ ਸਵਾਲ ਹੈ, ਉਹ ਦੇਖੋ, ਅਸੀਂ ਇੱਥੋਂ ਬੱਚੇ ਸਾਡੇ ਪੜ੍ਹ ਲਿਖ ਕੇ PhD ਕਰਕੇ, MBA ਕਰਕੇ, ਇੰਜੀਨੀਅਰਿੰਗ ਕਰਕੇ ਉੱਥੇ ਵੀ ਜਾ ਕੇ ਲੇਬਰ ਹੀ ਕਰਦੇ ਨੇ। ਪਹਿਲਾਂ ਜਾ ਕੇ ਲੇਬਰ ਹੀ ਕਰਨੀ ਪੈਂਦੀ ਹੈ ਤੇ ਤਾਂ ਜਾ ਕੇ ਉਹ ਕਿਤੇ ਐਸਟੈਬਲਿਸ਼ ਹੁੰਦੇ ਆ। ਤੇ ਕਿਉਂ ਨਾ ਆਪਾਂ ਆਪਣੇ ਹੀ ਦੇਸ਼ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਆਪਾਂ ਕੰਮ ਕਰੀਏ, ਇੱਥੋਂ ਸਿੱਖਿਆ ਲਈਏ, ਇੱਥੋਂ ਟ੍ਰੇਨਿੰਗ ਲਈਏ ਤੇ ਆਪਣਾ ਵਿਵਸਾਏ ਕੋਈ ਨਾ ਕੋਈ ਸ਼ੁਰੂ ਕਰੀਏ, ਆਪਣੇ ਏਰੀਏ ਨੂੰ ਖੁਸ਼ਹਾਲ ਬਣਾਈਏ, ਆਪਣੇ ਸਟੇਟ ਨੂੰ ਖੁਸ਼ਹਾਲ ਬਣਾਈਏ ਔਰ ਆਪਣੇ ਦੇਸ਼ ਦੇ ਖੁਸ਼ਹਾਲ ਬਣਾਉਣ ਦੇ ਵਿੱਚ ਯੋਗਦਾਨ ਦਈਏ। ਸਰ, ਏਜ ਕਿੰਨੀ ਕੁ ਏਜ ਜਿਹੜੀ ਹੈ ਉਹਦੇ ਵਿੱਚ ਕੋਰਸ ਕੀਤਾ? ਜੀ, ਏਜ ਜਿਹੜੀ ਲਿਮਿਟ ਹੈਗੀ ਹੈ ਉਹ ਹੈਗੀ ਹੈ 18 ਤੋਂ 45 ਸਾਲ। ਜੀ 18 ਤੋਂ 45 ਸਾਲ ਦਾ ਕੋਈ ਵੀ ਨੌਜਵਾਨ ਨਵਯੁਵਤੀ ਉਹ ਅਪਲਾਈ ਕਰ ਸਕਦਾ। ਜੀ, ਧੰਨਵਾਦ। ਸੋ ਬਿਲਕੁਲ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਰੂਟਸੈਟ ਇੰਸਟੀਚਿਊਟ ਜਲੰਧਰ ਦੇ ਵਿੱਚ ਅੱਜ ਅਸੀਂ ਮੌਜੂਦ ਸਾਂ, ਜਿੱਥੇ ਕਿ ਕੋਰਸਿਸ ਦੇ ਬਾਰੇ ਗੱਲਬਾਤ ਕੀਤੀ ਹੈ। ਤਾਂ ਇਹ ਇਕੱਲੇ ਨੌਜਵਾਨਾਂ ਦੇ ਲਈ ਨਹੀਂ, 45 ਸਾਲ ਤੱਕ ਦੀ ਏਜ ਦੀ ਕੋਈ ਵੀ ਲੇਡੀ ਜਾਂ ਕੋਈ ਵੀ ਕਹਿ ਲਈ ਅਸੀਂ ਮੇਲ ਨੇ ਜਿਹੜੇ, ਮੈਨਸ ਵੀ ਨੇ ਜਿਹੜੇ, ਉਹ ਵੀ ਅਪਲਾਈ ਕਰ ਸਕਦੇ ਨੇ ਇਸ ਕੋਰਸ ਦੇ ਲਈ। ਔਰ ਕੋਰਸ ਜਿਹੜੇ ਆ ਬੜੇ ਹੀ ਡੈਡੀਕੇਸ਼ਨ ਦੇ ਨਾਲ ਕਰਵਾਏ ਜਾਂਦੇ ਨੇ। ਹਾਲਾਂਕਿ ਇੱਥੇ ਤੁਸੀਂ 1 ਰੁਪਈਆ ਵੀ ਨਹੀਂ ਦੇਣਾ, ਉਹਦੇ ਬਦਲੇ ਸਿਰਫ ਤੁਹਾਨੂੰ ਆਪਣੇ ਜਿਹੜਾ ਤੁਸੀਂ ਕੋਰਸ ਕਰਨਾ ਹੈ ਉਹਦੇ ਮੁਤਾਬਕ ਜੋ ਸਮਾਂ ਉਹ ਤੁਹਾਨੂੰ ਪੂਰਾ ਦੇਣਾ ਪਵੇਗਾ। 9:30 ਤੋਂ 5:30 ਇੱਥੇ ਡਿਵੋਸ਼ਨ ਦੇਣੀ ਪਏਗੀ। ਔਰ ਜਿਹੜੇ ਲੋਕ ਡੈਡੀਕੇਟਿਡ ਹੋ ਕੇ ਆਪਣੀ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਨੇ, ਉਹਨਾਂ ਲਈ ਰੂਟਸੈਟ ਜਲੰਧਰ ਜਿਹੜਾ ਹਮੇਸ਼ਾ ਹੀ ਸਵਾਗਤ ਕਰਦਾ। ਤੇ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਪੰਜਾਬ ਦੇ ਹੋਰ ਵੀ ਜਿਹੜੇ ਕੋਨਿਆਂ ਤੋਂ ਜਾਂ ਪੂਰੇ ਭਾਰਤ ਤੋਂ ਜਿਹੜੇ ਕੋਨਿਆਂ ਤੋਂ ਲੋਕ ਸਾਨੂੰ ਦੇਖ ਰਹੇ ਨੇ, ਉਹ ਰੂਟਸੈਟ ਜੋ ਇੰਸਟੀਚਿਊਟ ਦੀ ਚੇਨ ਚੱਲ ਰਹੀਆਂ ਨੇ, ਜੋ ਇਹ ਫ੍ਰੀ ਕੋਰਸਿਸ ਨੇ, ਜਿਹੜੇ ਜਿਵੇਂ ਸਰ ਨੇ ਦੱਸਿਆ ਕਿ ਬਿਲੋ ਪਾਵਰਟੀ ਲਾਈਨ ਜਿਹੜੇ ਲੋਕ ਨੇ, ਜਿਹੜੇ ਵਾਕਈ ਅਸਮਰਥ ਨੇ ਕੁਝ ਕਰਨ ਨੂੰ, ਉਹਨਾਂ ਲੋਕਾਂ ਦੀ ਵਾਕਈ ਵਿੱਚ ਮਦਦ ਹੋ ਸਕੇ। ਕੈਮਰਾ ਪਰਸਨ ਰਾਜਨ ਨਾਲ ਮਨਪ੍ਰੀਤ ਕੌਰ, ਦਾ ਏਅਰ TV ਜਲੰਧਰ।